ਅੱਜ ਇੱਕ ਤੁਹਾਨੂੰ ਗੁਰਸਿੱਖ ਭੈਣ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਭਿਆਨਕ ਬਿਮਾਰੀ ਸੀਗੀ। ਬਿਮਾਰੀ ਕੈਂਸਰ ਦੀ ਸੀ। ਕੈਂਸਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਅੱਜ ਕਿਰਤ ਕਰ ਰਹੀ ਹੈ। ਅੱਛਾ, ਜਦੋਂ ਤੁਹਾਨੂੰ ਡਾਕਟਰਾਂ ਵੱਲੋਂ ਪਤਾ ਲੱਗਾ ਵੀ ਤੁਹਾਨੂੰ ਕੈਂਸਰ ਵਰਗੀ ਬਿਮਾਰੀ ਹੈ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਉਦੋਂ ਕਿਸ ਤਰ੍ਹਾਂ ਦੇ ਖਿਆਲ ਆਉਣ ਲੱਗੇ ਸੀ? बस ये फीलिंग धीरे धीरे मन से माइंड से फिट हो गया कि मैनू कुछ नहीं होएगा, ये बीमारी नू मैं हरा लवांगी। और रियली मैं हरा पाई, पर कृपा सिर्फ वाहिगुरू जी दी रही। मतलब स्नान करने तो बाद मैंने ऐदा दी फीलिंग आई कि मैनू ऐदा ही लगा कि हुण बस यही कंटिन्यू करना, वो छड़ देना। ਤੁਹਾਨੂੰ ਮੈਨੂੰ ਚੱਕਰ ਬਹੁਤ ਆਉਂਦੇ ਸੀਗੇ ਉਸ ਵੇਲੇ, ਤਾਂ ਉਹਨਾਂ ਨੇ ਬੋਲਿਆ ਕਿ ਤੁਸੀਂ ਬਹੁਤ ਵੀਕ ਹੋ, ਅਜੇ ਮੈਂ ਤੁਹਾਨੂੰ ਟੌਨਿਕ ਦੇਣਾ ਵਾ, ਉਹ ਸਭ ਲਓ ਤੁਸੀਂ, ਜਦੋਂ ਸੈਲਸ ਤੁਹਾਡੇ ਕੰਪਲੀਟ ਹੋ ਜਾਣਗੇ ਫਿਰ ਤੁਹਾਨੂੰ ਥੈਰੇਪੀ ਦੇਵਾਂਗੇ। ਲੇਕਿਨ ਜਿੱਦਾਂ ਜਿੱਦਾਂ ਦਿਨ ਬੀਤਦੇ ਜਾਂਦੇ ਸੀ ਤਾਂ ਉਹ ਫਿਰ ਠੀਕ ਹੋਣਾ ਸ਼ੁਰੂ ਹੋ ਜਾਂਦਾ ਸੀ। ਅੰਦਰ ਪੈਣੇ ਤੋਂ ਬਾਅਦ ਕੁਝ ਨਹੀਂ ਹੁੰਦਾ, ਇੱਦਾਂ ਫੀਲ ਕੁਝ ਨਹੀਂ ਹੋਏਗਾ ਜਦੋਂ ਤੁਸੀਂ ਅੰਦਰ ਮਸ਼ੀਨ ਦੇ ਅੰਦਰ ਪਾਓਗੇ। ਲੇਕਿਨ ਜਦੋਂ ਉੱਠ ਕੇ ਤੁਸੀਂ ਬਾਹਰ ਆਓਗੇ ਇੱਕਦਮ ਬਹੁਤ ਬੇਚੈਨੀ ਘਬਰਾਹਟ ਹੁੰਦੀ ਹੈ। ਇੱਦਾਂ ਫੀਲ ਹੁੰਦਾ ਹੈ ਕਿ मतलब अपनी बॉडी अंदर बहुत गर्मी हो गई है, सब कपड़े उतार के फेंक दो। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਗੱਲ ਪੰਜਾਬ ਅਤੇ ਪੰਜਾਬੀਅਤ ਦੀ। ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, ਕਹਿੰਦੇ ਨੇ ਕਿਰਤ ਕਰਨ ਦੇ ਵਿੱਚ ਆਪਾਂ ਨੂੰ ਗਰੇਜ਼ ਨਹੀਂ ਕਰਨਾ ਚਾਹੀਦਾ ਤਾਂ ਸ਼ਰਮ ਵੀ ਨਹੀਂ ਕਰਨੀ ਚਾਹੀਦੀ। ਤਾਂ ਅੱਜ ਇੱਕ ਤੁਹਾਨੂੰ ਗੁਰਸਿੱਖ ਭੈਣ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੂੰ ਭਿਆਨਕ ਬਿਮਾਰੀ ਸੀਗੀ। ਬਿਮਾਰੀ ਕੈਂਸਰ ਦੀ ਸੀ। ਤਾਂ ਦੱਸਿਆ ਜਾ ਰਿਹਾ ਹੈ ਕਿ ਕੈਂਸਰ ਦੀ ਬਿਮਾਰੀ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਭਾਰਤ ਦੇ ਵਿੱਚ ਸੰਭਵ ਨਹੀਂ ਹੈ। ਬਹੁਤ ਸਾਰਾ ਥੈਰੇਪੀਆਂ ਕਰਵਾਉਣੀਆਂ ਪੈਂਦੀਆਂ ਨੇ, ਕਈ ਤਰ੍ਹਾਂ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਨੇ। ਤਾਂ ਅੱਜ ਤੁਹਾਨੂੰ ਅਜਿਹੀ ਭੈਣ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸ ਨੇ ਕੈਂਸਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਤਾਂ ਅੱਜ ਕਿਰਤ ਕਰ ਰਹੀ ਹੈ। ਤਾਂ ਜਿਹੜਾ ਪਿੱਛੇ ਤੁਸੀਂ ਚਾਹ ਦਾ ਖੋਖਾ ਸਿਸਟਮ ਕਹਿ ਸਕਦੇ ਆ, ਪੰਜਾਬੀ ਭਾਸ਼ਾ ਦੇ ਵਿੱਚ ਢਾਬਾ ਜਾਂ ਖੋਖਾ ਹੀ ਕਹਿੰਦੇ ਆ, ਅੱਜ ਇਹ ਚਲਾਉਂਦੇ ਨੇ ਤਾਂ ਇਸ ਨੂੰ ਖਾਲਸਾ ਰਿਫਰੈਸ਼ਮੈਂਟ ਦਾ ਨਾਮ ਦਿੱਤਾ ਹੋਇਆ ਹੈ। ਤੇ ਭੈਣ ਜੀ ਰਣਜੀਤ ਕੌਰ ਹੁਰੀ ਨੇ ਜਿਨ੍ਹਾਂ ਨੇ ਕੈਂਸਰ ਦੀ ਬਿਮਾਰੀ ਨੂੰ ਹਰਾਇਆ ਹੈ, ਜਿੱਤ ਪ੍ਰਾਪਤ ਕੀਤੀ ਹੈ ਤੇ ਅੱਜ ਹੱਥੀਂ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਨੇ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੈਂਡਵਿਚ ਇਹਨਾਂ ਵੱਲੋਂ ਤਿਆਰ ਕੀਤੇ ਜਾ ਰਹੇ ਨੇ, ਹੱਥੀਂ ਕਿਰਤ ਕੀਤੀ ਜਾ ਰਹੀ ਆ। ਤਾਂ ਭੈਣ ਜੀ ਹੋਰਾਂ ਨਾਲ ਗੱਲ ਵੀ ਕਰਦੇ ਹਾਂ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ? ਠੀਕ ਠਾਕ ਹੋ? ਚੜ੍ਹਦੀ ਕਲਾ ਜੀ? ਬਹੁਤ ਵਧੀਆ, ਬਾਬਾ ਜੀ ਦੀ ਕਿਰਪਾ ਜੀ। ਅੱਛਾ ਭੈਣ ਜੀ, ਸੁਣਨ ਬਾਰੇ ਤੁਹਾਡੇ 'ਚ ਆ ਰਿਹਾ ਹੈ ਕਿ ਤੁਸੀਂ ਕੈਂਸਰ ਵਰਗੀ ਇਸ ਤਰ੍ਹਾਂ ਦੀ ਬਿਮਾਰੀ ਤੋਂ ਤੁਸੀਂ ਜਿੱਤ ਪ੍ਰਾਪਤ ਕਰ ਲਈ। ਕਿਵੇਂ ਹਰਾਇਆ ਕੈਂਸਰ ਨੂੰ ਜੀ? ਬਾਬਾ ਜੀ ਦੀ ਅਸੀਮ ਕਿਰਪਾ ਨਾਲ, ਉਹਨਾਂ ਦਾ ਸਾਥ ਰਿਹਾ, ਸਭ ਦੀ ਬਲੇਸਿੰਗਸ ਰਹੀ, ਬਸ ਉਹਦੇ ਨਾਲ ਔਰ ਹਿੰਮਤ ਰੱਖੀ ਕੋ ਥੋੜੀ। ਕਿਰਪਾ ਤਾਂ ਉਹਨਾਂ ਦੀ ਹੀ ਹੈਗੀ ਹੈ। ਅੱਛਾ, ਬੇਸਿਕਲੀ ਤੁਸੀਂ ਪੰਜਾਬ ਤੋਂ ਜਾਂ ਕਿਉਂਕਿ ਤੁਹਾਡੀ ਭਾਸ਼ਾ ਕਿਸੇ ਹੋਰ ਸੂਬੇ ਦੀ ਲੱਗ ਰਹੀ ਹੈ, ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ? ਅਸੀਂ ਅਹਿਮਦਾਬਾਦ ਦੇ ਰਹਿਣ ਵਾਲੇ ਹਾਂ ਜੀ। ਇੱਥੇ ਮੈਂ ਜੁਲਾਈ 2022 ਵਿੱਚ ਅਸੀਂ ਸ਼ਿਫਟ ਹੋਏ ਹਾਂ। ਬਾਕੀ ਅਸੀਂ ਰਹਿਣੇ ਵਾਲੇ ਅਹਿਮਦਾਬਾਦ ਦੇ ਹਾਂ। ਅੱਛਾ, ਪੰਜਾਬ ਆਉਣ ਦਾ ਕਿਵੇਂ ਸਬੱਬ ਬਣਿਆ? ਪੰਜਾਬ ਆਉਣ ਦਾ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਜੀ? ਅਹਿਮਦਾਬਾਦ ਦਾ ਮੈਨੂੰ ਕਲਾਈਮੇਟ ਸੂਟ ਨਹੀਂ ਹੁੰਦਾ ਸੀਗਾ, ਤਾਂ ਅਸੀਂ ਸੋਚਿਆ ਸੀਗਾ ਕਿ ਜਗ੍ਹਾ ਚੇਂਜ ਕਰਨੀ ਹੈ ਮੈਨੂੰ। ਤਾਂ ਫਿਰ ਅਸੀਂ ਇੱਥੇ ਮੇਰੀ ਭੂਆ ਰਹਿੰਦੀ ਹੈ, ਉਹਨਾਂ ਨੇ ਬੋਲਿਆ ਕਿ ਤੁਸੀਂ ਭੂਆ ਜੀ ਦੇ ਬੇਟੇ ਹੈਗੇ, ਮੇਰੇ ਕਜ਼ਨ ਸਭ ਬ੍ਰਦਰ, ਤਾਂ ਉਹਨਾਂ ਨੇ ਬੋਲਿਆ ਕਿ ਅਸੀਂ ਸਪੋਰਟ ਕਰਾਂਗੇ। ਅਗਰ ਤੁਸੀਂ ਮਤਲਬ ਅਸੀਂ ਅਗਰ ਇੱਥੇ ਸ਼ਿਫਟ ਹੋਣਾ ਚਾਹੁੰਦੇ ਹਾਂ ਤਾਂ ਉਹ ਲੋਕ ਸਪੋਰਟ ਕਰਨਗੇ ਇੱਥੇ। ਤਾਂ ਉਹਨਾਂ ਦੇ ਸਪੋਰਟ ਦੇ ਕਾਰਨ ਮੈਂ ਇੱਥੇ ਸ਼ਿਫਟ ਹੋਈ ਹਾਂ। ਤੁਹਾਨੂੰ ਕਿਹੜਾ ਕੈਂਸਰ ਸੀਗਾ ਜੀ? ਤੱਕ ਪਤਾ ਕਦੋਂ ਲੱਗਦਾ ਵੀ ਤੁਹਾਨੂੰ ਕੈਂਸਰ ਵਰਗੀ ਇਸ ਤਰ੍ਹਾਂ ਦੀ ਹੈ ਨਾ ਲਾ ਇਲਾਜ ਬਿਮਾਰੀ ਹੈ ਜੀ? ਮੈਨੂੰ ਬ੍ਰੈਸਟ ਕੈਂਸਰ ਸੀਗਾ ਔਰ ਜੂਨ 2022 ਨੂੰ 2021 ਨੂੰ ਸਟਾਰਟ ਹੋਇਆ ਨਾ। ਹਾਂਜੀ, ਜੂਨ 2021 ਨੂੰ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈਗਾ। ਟਿਊਮਰ ਸੀ ਇੱਕ ਛੋਟਾ ਜਿਹਾ। ਮੈਂ ਦਿਖਾਇਆ ਡਾਕਟਰ ਨੂੰ ਤਾਂ ਪਤਾ ਚੱਲਿਆ ਟੈਸਟ ਤੋਂ ਬਾਅਦ ਕਿ ਮੈਨੂੰ ਬ੍ਰੈਸਟ ਕੈਂਸਰ ਹੈ। ਫਿਰ ਅਸੀਂ ਟ੍ਰੀਟਮੈਂਟ ਕਰਾਇਆ ਉਹਦਾ ਪੂਰਾ। ਪਹਿਲਾਂ ਤਾਂ ਇੱਕ ਦਿਨ ਬੰਦਾ ਘਬਰਾ ਹੀ ਜਾਂਦਾ ਕਿ ਕੈਂਸਰ ਇਤਨੀ ਵੱਡੀ ਬਿਮਾਰੀ ਆ ਗਈ ਹੈ। ਅੱਛਾ, ਜਦੋਂ ਤੁਹਾਨੂੰ ਡਾਕਟਰਾਂ ਵੱਲੋਂ ਪਤਾ ਲੱਗਾ ਵੀ ਤੁਹਾਨੂੰ ਕੈਂਸਰ ਵਰਗੀ ਬਿਮਾਰੀ ਹੈ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਉਦੋਂ ਕਿਸ ਤਰ੍ਹਾਂ ਦੇ ਖਿਆਲ ਆਉਣ ਲੱਗੇ ਸੀ? ਇੱਕ ਵਾਰੀ ਤਾਂ ਡਰ ਹੀ ਗਈ ਸੀ ਕਿ ਪਤਾ ਨਹੀਂ ਬਚੂੰਗੀ ਵੀ ਕਿ ਨਹੀਂ, ਬਿਕੋਜ਼ 3rd ਸਟੇਜ ਦਾ ਕੈਂਸਰ ਸੀਗਾ। ਬਟ
इतना संगत ਦਾ ਸਪੋਰਟ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ, ਪਰਿਵਾਰ ਦਾ ਪੂਰਾ ਸਪੋਰਟ, ਸਭ ਜਣਿਆਂ ਨੇ ਮਿਲ ਕੇ ਇਤਨਾ ਹੌਸਲਾ ਦਿੱਤਾ ਕਿ ਇੱਦਾਂ ਲੱਗਦਾ ਸੀ ਕਿ ਸ਼ਾਇਦ ਮੈਂ ਬਚ ਹੀ ਜਾਵਾਂਗੀ, ਮੈਨੂੰ ਕੁਝ ਨਹੀਂ ਹੋਏਗਾ। ਬਸ ਇਹ ਫੀਲਿੰਗ ਧੀਰੇ ਧੀਰੇ ਮਨ 'ਚ ਮਾਈਂਡ 'ਚ ਫਿੱਟ ਹੋ ਗਿਆ ਕਿ ਮੈਨੂੰ ਕੁਝ ਨਹੀਂ ਹੋਏਗਾ, ਇਹ ਬਿਮਾਰੀ ਨੂੰ ਮੈਂ ਹਰਾ ਲਵਾਂਗੀ। ਔਰ ਰੀਅਲੀ ਮੈਂ ਹਰਾ ਪਾਈ, ਪਰ ਕਿਰਪਾ ਸਿਰਫ ਵਾਹਿਗੁਰੂ ਜੀ ਦੀ ਰਹੀ। ਵਾਹਿਗੁਰੂ ਜੀ ਦੀ ਕਿਰਪਾ ਤਾਂ ਆਪਾਂ ਸੁਣ ਰਹੇ ਹਾਂ, ਕਹਿੰਦੇ ਕਿਰਪਾ ਤਾਂ ਹੋਣੀ ਚਾਹੀਦੀ, ਨਾਲ ਦੇ ਨਾਲ ਆਪਾਂ ਨੂੰ ਦਵਾਈਆਂ ਵੀ ਲੈਣੀਆਂ ਪੈਂਦੀਆਂ। ਤੁਸੀਂ ਦਵਾਈਆਂ ਜਦੋਂ ਲੈ ਰਹੇ ਸੀਗੇ ਤਾਂ ਉਦੋਂ ਫਿਰ ਮਨ ਦੇ ਵਿੱਚ ਕਿਵੇਂ ਖਿਆਲ ਆ ਗਿਆ, ਚਲੋ ਦਵਾਈਆਂ ਤਾਂ ਲੈ ਰਹੇ ਸੀਗੇ, ਤੁਹਾਨੂੰ ਕਿਸੇ ਨੇ ਪ੍ਰੇਰਿਤ ਕੀਤਾ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਕੈਂਸਰ ਤੋਂ ਜਿੱਤ ਪ੍ਰਾਪਤ ਕਰ ਲਈ? प्रेरित तो मेरे परिवार वाले और गुरुद्वारे तो जिदा दे नाल मेरा सब दे नाल प्यार सीगा, सब वो और संगत सब ने मिल के मैनू यही बोलिया कि तुसी बिल्कुल ठीक हो जाओगे, घबराना नहीं है। डॉक्टर्स भी यही बोलते सी कि 3rd स्टेज का कैंसर है लेकिन तुहाडा बिल्कुल ठीक हो जाएगा, तुसी हिम्मत रखनी है बस। और हिम्मत तो वाहिगुरू जी ने दिती है, इतनी दिती कि अंग संग होकर सहायता की उन्होंने। ਜਿੱਦਾਂ ਕਿ ਮੈਂ ਕੀਮੋ ਵਿੱਚ ਬੰਦਾ ਕਿੱਦਾਂ ਬਿਲਕੁਲ ਹਾਰ ਜਾਂਦਾ ਹੈ। ਪਰੇਸ਼ਾਨ ਮੈਂ ਵੀ ਬਹੁਤ ਰਹੀ ਹਾਂ, ਇੱਦਾਂ ਨਹੀਂ ਕਿ ਨਹੀਂ ਪਰੇਸ਼ਾਨ ਹੋਈ। ਸਾਰੇ ਕੇਸ ਚਲੇ ਗਏ ਸੀ, ਹੁਣ ਕੇਸ ਇੱਕ ਵੀ ਨਹੀਂ, ਆਈਬ੍ਰੋਜ਼ ਦੇ ਨਹੀਂ, ਫੇਸ ਸਿਰੇ ਦੇ ਨਹੀਂ, ਕੋਈ ਕੇਸ ਮੇਰੀ ਬਾਡੀ 'ਤੇ ਨਹੀਂ ਹੈਗਾ ਸੀ। ਜਦੋਂ ਇਸ ਤਰ੍ਹਾਂ ਦੀ ਕੈਂਸਰ ਵਰਗੀ ਬਿਮਾਰੀ ਹੁੰਦੀ, ਸਰੀਰ 'ਤੇ ਕੋਈ ਵਾਲ ਨਹੀਂ ਰਹਿੰਦਾ ਜੀ? ਨਹੀਂ ਰਹਿੰਦਾ, ਕੀਮੋ ਨਾਲ ਸਭ ਵਾਲ ਨਿਕਲ ਜਾਂਦੇ ਨੇ ਆਪਣੇ ਆਪ, ਸਾਰੇ ਕੇਸ ਉਤਰ ਗਏ ਸੀ ਮੇਰੇ। ਅੱਛਾ, ਕੀਮੋ ਨਾਲ ਕੀ ਪ੍ਰੋਸੈਸ ਹੈ, ਕੀ ਕਰਦੇ ਨੇ ਕੀਮੋ ਕਰਦੇ ਨੇ? ਸੁਣਨ 'ਚ ਤਾਂ ਬਹੁਤ ਹੁੰਦਾ, ਅਸੀਂ ਵੀ ਸੁਣਦੇ ਆ ਵੀ ਕਿਸੇ ਨੂੰ ਕੈਂਸਰ ਹੁੰਦਾ ਹੈ ਤੇ ਕੀਮੋ ਹੁੰਦੀਆਂ ਨੇ, ਉਹਦੇ ਵਿੱਚ ਕੀ ਹੁੰਦਾ ਹੈ, ਕਿਸ ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਜੀ? ਕੀਮੋ ਜਿੱਦਾਂ ਆਪਣੇ ਗਲੂਕੋਜ਼ ਚੜਾਇਆ ਜਾਂਦਾ ਨਾ ਨਸ ਦੇ ਅੰਦਰ, ਉਸ ਤਰੀਕੇ ਨਾਲ ਡ੍ਰਿਪ ਲੱਗਦੀ ਹੈ। ਉਹ ਰੈੱਡ ਕਲਰ ਦੀ ਇੱਕ ਦਵਾਈ ਹੁੰਦੀ ਹੈ ਜੋ ਚੜਾਈ ਜਾਂਦੀ ਹੈ ਸਾਨੂੰ। ਉਹ ਲੈਣੇ ਤੋਂ ਬਾਅਦ ਅੰਦਰ ਇਤਨੀ ਘਬਰਾਹਟ, ਪੇਟ ਵਿੱਚ ਜਲਨ, ਵੋਮਿਟਿੰਗ ਜਿੱਦਾਂ ਹੋਣਾ, परेशान होना बड़ा, मन मतलब इतना परेशान होना कि घुटन घुटन फील होती है अंदर अपने आप नूं, मतलब जिदा हुणे ही वॉमिट हो जाएगी, इस तरीके नाल बहुत परेशानी होती सी। बोल नहीं पाती सी मैं, हफ्ते भर तक ਉਹਦਾ जिदा असर रहिंदा सी ना दवाइयां दा, तो मैं बोल भी नहीं पाती सी अच्छे से। मैं मेरे बच्चों नाल गल नहीं करती सी, मुँह बंद करके चुपचाप पई रहिंदी सी। लेकिन जिदा जिदा दिन बीतते जाते सी तो वो फिर ठीक होना शुरू हो जाता सी। यानी 4-5 दिन मैनू तकलीफ होएगी, फिर उस तो बाद मैनू ठीक हो जाएगा, रेगुलर हो जाएगा। फिर मैं उठ के काम भी कर पावांगी, बच्चों का भी कर लवांगी, घर का भी सब कर लेनी हाँ। कीर्तन सिखाना है या फिर आप अपने आप कोई प्रैक्टिस करनी है वो भी कर पाती सी, सब कुछ कर लेती। कीर्तन भी करते हैं जी? मैं 4 साल का कोर्स किया हैगा अपने शास्त्रीय संगीत का, और नाल बच्चों को गुरुद्वारे कीर्तन सिखाते सीगे, और म्यूजिक टीचर सी, स्कूल 'ਚ मेरी जॉब लगी हुई सी। ਅੱਛਾ, ਅਹਿਮਦਾਬਾਦ ਤੁਹਾਡਾ ਇਲਾਜ ਹੁੰਦਾ ਹੈ, ਪੰਜਾਬ ਜਲੰਧਰ 'ਚ ਆਉਣ ਦਾ ਕਿਵੇਂ ਸਬੱਬ ਬਣਦਾ? ਸੁਣਨ 'ਚ ਆ ਰਿਹਾ ਤੁਸੀਂ ਦਰਬਾਰ ਸਾਹਿਬ ਦਾ ਬਹੁਤ ਜ਼ਿਕਰ ਕਰ ਰਹੇ ਸੀਗੇ, ਸਾਨੂੰ ਇੱਥੇ ਆਫ ਰਿਕਾਰਡ ਤੁਸੀਂ ਗੱਲ ਕੀਤੀ। ਦਰਬਾਰ ਸਾਹਿਬ ਦਾ ਕਿਸ ਤਰ੍ਹਾਂ ਰੋਲ ਰਹਿੰਦਾ? ਜਿਵੇਂ ਤੁਸੀਂ ਕਿਹਾ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੁੰਦੀ ਹੈ, ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਤੁਸੀਂ ਕਹਿੰਦੇ ਅਸੀਂ ਜਿੱਤ ਪ੍ਰਾਪਤ ਕਰ ਲੈਣਾ ਦਰਬਾਰ ਸਾਹਿਬ ਜਾ ਕੇ। ਦਰਬਾਰ ਸਾਹਿਬ ਜਾ ਕੇ ਕੀ ਭਾਣਾ ਵਾਪਰਦਾ, ਤੁਸੀਂ ਕੈਂਸਰ ਤੋਂ ਜਿੱਤ ਪ੍ਰਾਪਤ ਕਰ ਲਈ? ਕੈਂਸਰ ਜਦੋਂ ਚੱਲਦਾ ਪਿਆ ਸੀ, ਉਸ ਤੋਂ ਬਾਅਦ ਮੇਰੀ ਰੇਡੀਏਸ਼ਨ ਹੋਈ ਸੀ। ਰੇਡੀਏਸ਼ਨ ਜਦੋਂ ਹੁੰਦੀ ਸੀ ਉਹਦੇ ਵਾਸਤੇ ਡੇਲੀ ਜਾਣਾ ਪੈਂਦਾ ਸੀ। ਪਹਿਲਾਂ ਤਾਂ ਕੀ ਸੀ, 15 ਦਿਨ ਵਿੱਚ ਇੱਕ ਵਾਰੀ ਜਾਣਾ ਹੁੰਦਾ ਸੀ ਕਿ ਕੀਮੋ ਹੋਣੀ ਹੈ ਤਾਂ ਉਹਦੇ ਵਾਸਤੇ ਰੈਗੂਲਰ ਨਹੀਂ ਜਾਣਾ, 15 ਦਿਨ ਵਿੱਚ ਇੱਕ ਵਾਰ ਜਾਣਾ ਹੈ। तो 15 दिन ਦੇ ਵਿੱਚ ਇੱਕ ਵਾਰ ਤੁਸੀਂ ਡਾਕਟਰ ਤੋਂ ਜ਼ਰੂਰ ਜਾਂਦੇ ਸੀ? ਹਾਂਜੀ, ਉਹ ਕੀਮੋ ਚੜ੍ਹਦੀ ਸੀ ਨਾ, ਤਾਂ ਉਹਦੇ ਬਾਅਦ 15 ਦਿਨ ਬਾਅਦ ਫਿਰ ਦੁਬਾਰਾ ਕੀਮੋ ਹੁੰਦੀ ਸੀ। ਮਤਲਬ ਕੀਮੋ ਹੋਣੇ ਤੋਂ ਬਾਅਦ ਸਾਨੂੰ ਟੈਸਟ ਦਿੱਤੇ ਜਾਂਦੇ ਸੀ ਕਿ ਇਹ 1 ਹਫ਼ਤੇ ਬਾਅਦ ਤੁਸੀਂ ਇਹ ਟੈਸਟ ਕਰਾ ਕੇ ਸਾਨੂੰ ਰਿਪੋਰਟ ਭੇਜਣੀ ਹੈ। WhatsApp 'ਤੇ ਸਭ ਰਿਪੋਰਟਸ ਅਸੀਂ ਭੇਜ ਦਿੰਦੇ ਸੀ ਉਹਨਾਂ ਨੂੰ। ਫਿਰ 15 ਦਿਨ ਬਾਅਦ ਉਹ ਲੋਕ ਮੇਰੇ ਜੋ ਕਾਊਂਟਿੰਗਸ ਵਗੈਰਾ ਕੰਪਲੀਟ ਹੁੰਦੀ ਸੀ ਤਾਂ ਉਹ ਮੈਨੂੰ ਬੁਲਾਉਂਦੇ ਸੀ ਕਿ ਹੁਣ ਤੁਹਾਡੀ ਕੀਮੋ ਦਾ ਟਾਈਮ ਹੋ ਗਿਆ, ਤੁਸੀਂ ਆ ਜਾਓ ਦੁਬਾਰਾ। 15 ਦਿਨ 'ਚ ਮੈਨੂੰ ਕੀਮੋ ਦਿੰਦੇ ਸੀ। ਲੇਕਿਨ ਰੇਡੀਏਸ਼ਨ ਦੇ ਟਾਈਮ 'ਤੇ ਮੈਨੂੰ ਡੇਲੀ ਬੁਲਾਉਂਦੇ ਸੀ, ਕਿਉਂਕਿ ਉਹਦੇ ਵਿੱਚ ਇੱਕ ਟਾਈਪ ਦਾ ਸੇਕ ਹੁੰਦਾ ਸੀ, ਮਸ਼ੀਨ ਅੰਦਰ ਪਾਇਆ ਜਾਂਦਾ ਸੀ, ਉਹਦੇ ਤੋਂ ਇੱਕ ਸੇਕ ਦਿੱਤਾ ਜਾਂਦਾ ਸੀ, ਜਿਹਦੇ ਕਰਕੇ ਨਾ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਨਾ। ਮਤਲਬ ਇੱਕਦਮ ਪੂਰਾ ਬੋਡੀ, ਮਤਲਬ ਅੰਦਰ ਪੈਣੇ ਤੋਂ ਬਾਅਦ ਕੁਝ ਨਹੀਂ ਹੁੰਦਾ, ਇੱਦਾਂ ਫੀਲ ਕੁਝ ਨਹੀਂ ਹੋਏਗਾ ਜਦੋਂ ਤੁਸੀਂ ਅੰਦਰ ਮਸ਼ੀਨ ਦੇ ਅੰਦਰ ਪਾਓਗੇ। ਲੇਕਿਨ ਜਦੋਂ ਉੱਠ ਕੇ ਤੁਸੀਂ ਬਾਹਰ ਆਓਗੇ, ਇੱਕਦਮ ਬਹੁਤ ਬੇਚੈਨੀ, ਘਬਰਾਹਟ ਹੁੰਦੀ ਹੈ। ਇੱਦਾਂ ਫੀਲ ਹੁੰਦਾ ਹੈ ਕਿ ਮਤਲਬ ਆਪਣੀ ਬੋਡੀ ਅੰਦਰ ਬਹੁਤ ਗਰਮੀ ਹੋ ਗਈ, ਸਭ ਕੱਪੜੇ ਉਤਾਰ ਕੇ ਫੈਂਕ ਦਿਓ, ਇਸ ਟਾਈਪ ਨਾਲ ਫੀਲ ਹੁੰਦਾ ਸੀ। तो वो रेडिएशन जो मैं 30 रेडिएशन बोले सी, लेकिन कुछ 17-18 मैं ले पाई, तो मैंने उस तो बाद स्टॉप करवाई थोड़े टाइम वास्ते। रीज़न की बनता 17? वैसे डॉक्टरों वालों कहा गया सी भी 30 है ना ਜਿਹੜੇ ਰੇਡੀਏਸ਼ਨਸ ਲੈਣੇ ਪੈਣਗੇ ਤੁਹਾਨੂੰ, ਤੁਸੀਂ 17-18 ਰੋਕ ਕੇ ਮਨ ਦੇ ਵਿੱਚ ਕੀ ਖਿਆਲ ਹੁੰਦਾ ਵੀ ਬਸ ਕਰੋ ਹੁਣ, ਜਾ ਕੀ ਜ਼ਹਿਨ ਦੇ ਵਿੱਚ ਹੁੰਦਾ? मतलब मैं बहुत परेशान हो गई सी। फिर अरदास की कि
ਨਹੀਂ ਹੁਣ ਮੈਂ ਹੋਰ ਨਹੀਂ ਲੈ ਸਕਦੀ, ਮੇਰੇ ਵੀ ਤਾਕਤ ਨਹੀਂ ਹੈ, ਮੈਨੂੰ ਗੈਪ ਦੀ ਲੋੜ ਹੈ। ਤਾਂ ਮੈਂ ਡਾਕਟਰ ਨੂੰ ਥੋੜਾ ਜਾ ਕੇ ਰਿਕਵੈਸਟ ਕੀਤੀ, ਪਰਸਨਲੀ ਮਿਲੀ। ਡਾਕਟਰ ਡੇਲੀ ਆਂਦਾ ਵੀ ਨਹੀਂ ਸੀਗਾ, ਮੇਰੇ ਜਿੱਥੇ ਮੈਂ ਰਹਿੰਦੀ ਹਾਂ ਉਸ ਏਰੀਆ ਵਿੱਚ ਡੇਲੀ ਨਹੀਂ ਆਂਦਾ ਸੀ, ਕਾਫੀ ਦੂਰ ਹਸਪੀਟਲ ਹੈ, ਡੇਢ ਘੰਟਾ ਲੱਗਦਾ ਸੀ ਮੈਨੂੰ ਜਾਣ ਲੱਗਿਆ। ਬਟ ਮੈਂ ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਵੀ ਇੱਕ ਸ਼ੈਲਬੀ ਹਸਪੀਟਲ ਨਰੋੜਾ ਵੀ ਹੈਗਾ, ਤਾਂ ਉੱਥੇ ਉਹਨਾਂ ਦਾ 2 ਦਿਨ ਦਾ ਡਾਕਟਰ ਦਾ ਟਾਈਮ ਸੀਗਾ। ਤਾਂ ਮੈਂ ਡਾਕਟਰ ਨੂੰ ਸਪੈਸ਼ਲੀ ਟਾਈਮ ਮੰਗਿਆ, ਮੈਂ ਕਿਹਾ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ, ਮੈਂ ਬਹੁਤ ਪਰੇਸ਼ਾਨ ਹਾਂ। ਔਰ ਕੈਂਸਰ ਦੇ ਪੇਸ਼ੈਂਟ ਦੇ ਉੱਤੇ ਥੋੜ੍ਹਾ ਡਾਕਟਰਸ ਨਾ ਜ਼ਿਆਦਾ ਧਿਆਨ ਦਿੰਦੇ ਨੇ ਕਿ ਕੋਈ ਅਗਰ ਠੀਕ ਹੁੰਦਾ ਪਿਆ ਹੈ ਤਾਂ ਉਹਦੇ ਉੱਤੇ ਥੋੜ੍ਹਾ ਜ਼ਿਆਦਾ ਧਿਆਨ ਦੇਣਗੇ ਕਿ ਤੁਸੀਂ ਠੀਕ ਹੁੰਦੇ ਪਏ ਹੋ, ਤੁਸੀਂ ਠੀਕ ਹੋ ਸਕਦੇ ਹੋ, ਤੁਹਾਡੀ ਵਿਲ ਪਾਵਰ ਅੱਛੀ ਹੈਗੀ, ਤਾਂ ਅਸੀਂ ਥੋੜ੍ਹਾ ਧਿਆਨ ਦਈਏ। ਤਾਂ ਮੈਂ ਉਹਨਾਂ ਨੂੰ ਪਰਸਨਲੀ ਮਿਲਣੇ ਦਾ ਟਾਈਮ ਲਿੱਤਾ, ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਮੈਂ ਹੁਣ ਹੋਰ ਰੇਡੀਏਸ਼ਨ ਨਹੀਂ ਲੈ ਸਕਦੀ, ਮੈਂ ਅੰਦਰ ਤੋਂ ਬਹੁਤ ਪਰੇਸ਼ਾਨ ਹੋ ਚੁੱਕੀ ਹਾਂ, ਤਾਂ ਤੁਸੀਂ ਥੋੜ੍ਹੇ ਗੈਪ ਦਿਓ, ਮੈਂ ਦਰਬਾਰ ਸਾਹਿਬ ਜਾਣਾ ਚਾਹੁੰਦੀ ਹਾਂ। तो थोड़ी रिक्वेस्ट करने तो बाद उन्होंने मैनू एक गैप दिता, 1 महीने का गैप लेके आई सी मैं, जबकि मैं लगा के 1.5 महीना गई सी, लेकिन मैं 1 महीने का गैप मंगया सीगा उन्होंने कोलों। 1 महीने के गैप विच मैं दरबार साहब 4-5 दिन रुकी, फिर मैं अपने पेके जाके रुकी 1 महीना, उस तो बाद फिर मैं वापस गई रिटर्न जाके, उस तो बाद फिर मैं वही थेरेपी अगे तो स्टार्ट कराई जड़ी रहिंदियां सीगा। तो फिर रेडिएशन मैं थोड़े से ही कंप्लीट किते सी कि फिर मैनू है ना स्किन जल के वो सारी स्किन फट गई सी, मतलब छाले हो गए सी, वो सारी स्किन फट गई सी मेरी। तो वो फटने के बाद फिर मैं परेशान हो गई सी, फिर 4-5 रेडिएशन में छड़ दिते सी कि मेरे को नहीं लैन होए। 25 रेडिएशन में लिते, डॉक्टर ने 30 बोलिया सी, मैं 25 ले पाई, उस तो बाद मैं छड़ दिते। फिर असी साढ़े 1 महीने बाद एक थेरेपी होनी सी, मेरा HER2 पॉजिटिव सीगा, जिहदी 17 साइकिल चलनी सी, 17 थेरेपी होनी सी, जो 10 थेरेपी मैं अहमदाबाद तो लेके आई सी और 7 थेरेपी मैं इत्थे लैनी सी। मैं अपना केस PGI विच ट्रांसफर कराया सी। PGI विच मैं 2-3 बार धक्का खादा, लेकिन मेरी थेरेपी उन्होंने लोगों ने नहीं की। डॉक्टर ने बोले कि अजे तुसी बहुत वीक हो, ਤੁਹਾਨੂੰ ਚੱਕਰ, ਮੈਨੂੰ ਚੱਕਰ ਬਹੁਤ ਆਉਂਦੇ ਸੀਗੇ ਉਸ ਵੇਲੇ, ਤਾਂ ਉਹਨਾਂ ਨੇ ਬੋਲਿਆ ਕਿ ਤੁਸੀਂ ਬਹੁਤ ਵੀਕ ਹੋ ਅਜੇ, ਮੈਂ ਤੁਹਾਨੂੰ ਟੌਨਿਕ ਦੇਣਾ ਵਾ, ਉਹ ਸਭ ਲਓ ਤੁਸੀਂ, ਜਦੋਂ ਸੈਲਸ ਤੁਹਾਡੇ ਕੰਪਲੀਟ ਹੋ ਜਾਣਗੇ ਫਿਰ ਤੁਹਾਨੂੰ ਥੈਰੇਪੀ ਦੇਵਾਂਗੇ। ਲੇਕਿਨ ਇਸ ਦੌਰਾਨ ਨਾ ਮੇਰਾ ਮਨ ਨਹੀਂ ਕੀਤਾ ਕਿ ਇੱਥੇ ਆਉਣੇ ਤੋਂ ਬਾਅਦ ਮੈਂ ਕੋਈ ਥੈਰੇਪੀ ਲਵਾਂ। ਜਦੋਂ ਦੀ ਮੈਂ ਇੱਥੇ ਸ਼ਿਫਟ ਹੋਈ ਹਾਂ ਨਾ, ਮੈਨੂੰ ਇੱਦਾਂ ਹੀ ਸੀ ਕਿ ਮੈਂ ਹੁਣ ਅਸੀਂ ਸਿਰਫ ਦਰਬਾਰ ਸਾਹਿਬ ਜਾਈਏ ਔਰ ਕੋਈ ਥੈਰੇਪੀ ਜਾਂ ਕੋਈ ਟ੍ਰੀਟਮੈਂਟ ਮੈਨੂੰ ਸਟਾਰਟ ਨਹੀਂ ਰੱਖਣਾ ਹੈ, बस वही कंटिन्यू रखना है कि मैं दरबार साहब जावा हर महीने। फिर धीरे धीरे करके असी मन से अपने बना लिता कि 15 दिन अंदर असी डिसाइड किया कि हुण असी कोई PGI विच जाके थेरेपी नहीं लैनी, हुण मैं सीधा दरबार साहब ही जाया करांगी। अच्छा, मन नूं समझा रहा है कोई थेरेपी नहीं लैनी, मैं दरबार साहब जाके अरदास बेनती करनी है, तो महाराज ने है ना इशनान करना, इशनान ਕਰਨ ਨਾਲ ਕੋਈ ਫਰਕ ਵੀ ਪਿਆ? ਜਿਵੇਂ ਬਹੁਤੇ ਲੋਕ ਆਪਾਂ ਨੂੰ ਵੇਖ ਰਹੇ ਹੋਣਗੇ ਵੀ ਉਹ ਕਹਿਣਗੇ ਵੀ ਪਤਾ ਨਹੀਂ ਯਾਰ ਵੀ ਇਹਨਾਂ ਨੇ ਕਾਲਪਨਿਕ ਗੱਲਾਂ ਕਰ ਰਹੇ ਹੋਣਗੇ। ਜਿਵੇਂ ਉੱਥੇ ਜਾਂਦੇ ਹੋ ਤੁਸੀਂ PGI ਤੋਂ, ਮੰਨ ਲਓ ਤੁਹਾਡਾ ਮਨ ਅੱਕ ਗਿਆ ਵੀ ਮੈਂ ਇਲਾਜ ਨਹੀਂ ਕਰਵਾਉਣਾ, ਮੈਂ ਦਰਬਾਰ ਸਾਹਿਬ ਜਾਵਾਂਗੀ, ਹੈ ਨਾ, ਉੱਥੇ ਅਰਦਾਸ ਕਰਕੇ ਜਾਂ ਇਸ਼ਨਾਨ ਕਰਕੇ ਇੰਪਰੂਵਮੈਂਟ ਕਿੰਨਾ ਚਿਰ ਜੇ ਆਪਾਂ ਦੂਸਰੇ ਨਾਲ ਥੈਰੇਪੀ ਨਾਲ ਕੰਪੇਅਰ ਕਰੀਏ ਤਾਂ ਇਸ਼ਨਾਨ ਕਰਦੇ ਸੀ ਦਰਬਾਰ ਸਾਹਿਬ ਜਾ ਕੇ, ਕਿੰਨੀ ਕੁ ਇੰਪਰੂਵਮੈਂਟ ਜ਼ਿਆਦਾ ਹੋਈ? बहुत इंप्रूवमेंट है। अहमदाबाद तो इत्थे शिफ्ट होने तो बाद मैं पहले दरबार से भी मत्था टेकन गई सी, दूसरे के तीसरे दिन ही असी लोग दरबार से मत्था टेकन गए, स्नान करके आए। ਉਹਦੇ ਬਾਅਦ ਜਦੋਂ ਅਸੀਂ ਡਿਸੀਜਨ ਲਿੱਤਾ ਕਿ ਬਈ ਹੁਣ ਦਰਬਾਰ ਸਾਹਿਬ ਹੀ ਅਸੀਂ ਇਸ਼ਨਾਨ ਕਰਨਾ ਹੈ, ਅਸੀਂ ਉੱਥੇ ਨਹੀਂ ਜਾਣਾ ਹੁਣ ਥੈਰੇਪੀ ਕਰਾਉਣ ਚੰਡੀਗੜ੍ਹ, ਤਾਂ ਅਸੀਂ ਨਹੀਂ ਗਏ। ਔਰ ਉਹਦੇ ਮਤਲਬ ਇਸ਼ਨਾਨ ਕਰਨੇ ਤੋਂ ਬਾਅਦ ਮੈਨੂੰ ਇੱਦਾਂ ਦੀ ਫੀਲਿੰਗ ਆਈ ਕਿ ਮੈਨੂੰ ਇੱਦਾਂ ਹੀ ਲੱਗਾ ਕਿ ਹੁਣ ਬਸ ਇਹੀ ਕੰਟੀਨਿਊ ਕਰਨਾ, ਉਹ ਛੱਡ ਦੇਣਾ। ਤਾਂ ਫਿਰ ਅਸੀਂ ਇਹ ਕੰਟੀਨਿਊ ਕੀਤਾ, ਉਹ ਛੱਡ ਦਿੱਤਾ। मतलब विश्वास बन गया कि पहले विश्वास तो शुरू तो ही सीगा, क्योंकि जदों बाबा जी का स्वरूप सी मैनू पता लग्या अंदर कि विराजमान सीगा और असी पता लग्या कि कैंसर आया, तो अंदर जाके मैं ढाई पाई गई सी कि बई बाबा जी तुसी ये इतना वड्डा रोग दिता। तो पहला तो बहुत रोई मैं थोड़ी देर, लेकिन फिर एक समझाया अपने मन को कि अगर दिता है तो झेलने की शक्ति भी इन्होंने ही देनी है, कि अगर रोग दिता तो उन्होंने भी कुछ सोच के ही दिता होएगा। फिर बस फिर झेलने की शक्ति भी उन्होंने दी, पूरा टाइम मेरा अच्छे से ट्रीटमेंट कंप्लीट हो गया। फिर उस तो बाद मैंने आगे ट्रीटमेंट कराना सही नहीं समझा और मैं दरबार साहब का ही सही सोचा कि यही कराना है, बस कि इत्थे स्नान करन जाया करांगे हर महीने, बस वही जानी है। इशनान करन तो बाद तुसीं प्रॉपर तंदुरुस्त हो गए? पहला नहीं कोई 16 घंटे मैं काम कर पानी हाँ, मैनू कोई प्रॉब्लम नहीं हैगी, अच्छे से काम कर लैनी हाँ, कोई प्रॉब्लम नहीं हैगी मेरी बॉडी 'ਚ। ਅੱਛਾ, ਜਦੋਂ ਤੁਸੀਂ ਲੋਕਾਂ ਨੂੰ ਦੱਸਦੇ ਆ ਵੀ ਮੈਂ ਦਰਬਾਰ ਸਾਹਿਬ ਅਰਦਾਸ ਬੇਨਤੀ ਕਰਕੇ ਜਾਂ ਹੈ ਨਾ ਇਸ਼ਨਾਨ ਕਰਕੇ ਉੱਥੋਂ ਮੈਂ ਰਿਕਵਰ ਹੋਈ ਹਾਂ ਜਾਂ ਹੈ ਨਾ ਕੈਂਸਰ ਵਰਗੀ ਜਿਹੜੀ ਇਸ ਤਰ੍ਹਾਂ ਦੀ ਬਿਮਾਰੀ ਸੀ ਤੁਹਾਨੂੰ, ਤਾਂ ਲੋਕ ਉਦੋਂ ਜਿਵੇਂ ਤੁਸੀਂ ਤਾਜ਼ਾ ਰਿਕਵਰ ਹੋ ਕੇ ਐਨ ਤੰਦਰੁਸਤ ਹੋ ਕੇ ਇੱਥੇ ਹੈ ਨਾ ਪਹੁੰਚਦੇ ਹੋ, ਲੋਕਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਜਾਂ ਸਾਕ ਸੰਬੰਧੀਆਂ ਨੂੰ ਦੱਸਦੇ ਸੀ, ਉਹ ਯਕੀਨ ਕਰਦੇ ਸੀ? बिल्कुल करेंगे, क्योंकि सब रूबरू देखते पे ने, कोई ऐदा तो है नहीं कि मेरे जो रिश्तेदार ने सब ने देखा ही है ना, मेरी फैमिली मेम्बर्स हैं, सास ससुर हैं, सासू माँ है या मम्मा या फिर मेरे भरा भरजाई है, सब ने देखा ही है ना कि मेरी कंडीशन की सी और इत्थे आने तो बाद मैं की हो गई हाँ। सब ने देखा कि ਇਹਦਾ ਕੀ इफेक्ट रहा इत्थे आने तो बाद,
सब ने देखा है सब इफेक्ट, सब विश्वास करेंगे क्योंकि सब ने ये चीज़ अपने ਅੱਖਾਂ ਨਾਲ ਦੇਖੀ ਹੈ। ਕੈਂਸਰ ਦੇ ਦੌਰਾਨ ਵੀ ਮੇਰੇ ਪੇਕੇ ਵਾਲੇ ਮੈਨੂੰ ਉੱਥੇ ਮਿਲਣ ਆਏ ਸੀ, ਜਦੋਂ ਆਪਰੇਸ਼ਨ ਹੋਇਆ ਤਾਂ ਵੀ, ਔਰ ਜਦੋਂ ਵੈਸੇ ਵੀ ਰੇਡੀਏਸ਼ਨ ਉਹ ਚੱਲਦੇ ਪਏ ਸੀ ਕੀਮੋ ਤਾਂ ਵੀ, ਔਰ ਮੇਰੇ ਸਹੁਰੇ ਵਾਲੇ ਤੋਂ ਨਾਲ ਹੀ ਸੀ ਸਾਰੇ, ਅਸੀਂ ਪੂਰੀ ਫੈਮਿਲੀ ਇਕੱਠੀ ਹੋ ਗਈ ਸੀ ਜਦੋਂ ਮੇਰਾ ਕੈਂਸਰ ਸਟਾਰਟ ਹੋਇਆ ਸੀ, ਤਾਂ ਵੀ ਸਾਰੀ ਫੈਮਿਲੀ ਮੇਰੀ ਨਾਲ ਹੀ ਸੀਗੀ। ਇੱਦੇ ਵਾਲੇ ਵੀ ਔਰ ਉਹਦੇ ਵਾਲੇ ਵੀ, ਦੋਨੋਂ ਪਰਿਵਾਰਾਂ ਨੇ ਮੇਰਾ ਪੂਰਾ ਸਪੋਰਟ ਕੀਤਾ, ਦੋਨੋਂ ਪਰਿਵਾਰ ਮੇਰੇ ਨਾਲ ਸੀਗੇ। ਅੱਜ ਉਹ ਦੋਨੋਂ ਪਰਿਵਾਰ ਮੈਨੂੰ ਦੇਖਦੇ ਵੀ ਪਏ ਨੇ ਕਿ ਮੈਂ ਬਿਲਕੁਲ ਤੰਦਰੁਸਤ ਹਾਂ। ਹੁਣੇ ਥੋੜ੍ਹੇ ਟਾਈਮ ਪਹਿਲਾਂ ਦੀਵਾਲੀ ਦੇ ਟਾਈਮ 'ਤੇ ਮੇਰੀ ਮੰਮੀ ਮਤਲਬ ਸਾਸੂ ਮਾਂ ਔਰ ਦੇਵਰ ਉਹਨਾਂ ਦੇ ਬੱਚੇ ਸਭ ਆ ਕੇ ਮੇਰੇ ਕੋਲ ਰੁਕ ਕੇ ਵੀ ਗਏ, ਸਭ ਦੇਖ ਕੇ ਗਏ ਨੇ ਕਿ ਕਿੱਦਾਂ ਹੁਣ ਮੈਂ ਬਿਲਕੁਲ ਤੰਦਰੁਸਤ ਹਾਂ ਉਹਦੇ ਆਉਣੇ ਤੋਂ ਬਾਅਦ, ਔਰ ਇੱਥੇ ਇਸ਼ਨਾਨ ਹੀ ਕਰਦੀ ਪਿਆ, ਔਰ ਕੋਈ ਦਵਾਈ ਮੈਂ ਸਟਾਰਟ ਨਹੀਂ ਕੀਤੀ ਹੋਈ ਹੈ। ਬਸ ਉਹੀ ਕੰਟੀਨਿਊ ਹੈ ਕਿ ਦਰਬਾਰ ਸਾਹਿਬ ਅਸੀਂ ਜ਼ਰੂਰ ਜਾਂਦੇ ਹਾਂ, ਉਹੀ ਕੰਟੀਨਿਊ ਕੀਤਾ, ਔਰ ਬਾਕੀ ਕੁਝ ਵੀ ਕੰਟੀਨਿਊ ਕੀਤਾ ਅਸੀਂ ਨਹੀਂ। ਇੱਥੇ ਭੈਣ ਜੀ ਹੁਣ ਤੁਸੀਂ ਚਾਹ ਬਣਾ ਰਹੇ ਹੋ, ਬਾਬੇ ਨਾਨਕ ਦਾ ਸਿਧਾਂਤ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਉਹਨਾਂ ਦੇ ਅਕੋਰਡਿੰਗ ਤੁਸੀਂ ਹੈ ਨਾ ਕਿਰਤ ਕਰ ਰਹੇ ਹੋ, ਸ਼ਰਮ ਨਹੀਂ ਆਉਂਦੀ ਮਨ ਦੇ ਵਿੱਚ ਵੀ ਅਸੀਂ ਚਾਹ ਵੇਚ ਰਹੇ ਹਾਂ ਨਾ? ਵੈਸੇ ਇਸ ਕੰਮ ਨੂੰ ਤਾਂ ਛੋਟਾ ਕੰਮ ਮੰਨਿਆ ਜਾਂਦਾ ਵੈਸੇ, ਹੈ ਨਾ, ਆਪਾਂ ਲੋਕਾਂ ਦੀ ਗੱਲ ਸੁਣੀਏ ਵੀ ਯਾਰ ਇਹ ਤਾਂ ਛੋਟਾ ਕੰਮ, ਅਸੀਂ ਚਾਹ ਵੇਚਾਂਗੇ, ਕਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਨਹੀਂ ਆਇਆ ਤੁਹਾਡਾ? ਚਾਹ ਵੇਚਣਾ ਕਿਸਨੇ ਬੋਲਿਆ ਕਿ ਛੋਟਾ ਕੰਮ ਹੈ? ਮਿਹਨਤ ਤਾਂ ਕੁਝ ਵੀ, ਕਿਸੇ ਵੀ ਤਰੀਕੇ ਦੀ ਮਿਹਨਤ ਹੋਵੇ, ਕਿਰਤ ਤੋਂ ਅਸੀਂ ਆਪਣੇ ਹੱਥੀਂ ਕਰਦੇ ਪਏ ਹਾਂ, ਔਰ ਚਾਹ ਲੋਕਾਂ ਨੂੰ ਪਿਆਉਂਦੇ ਪਏ ਹਾਂ। ਜਿਹਨੂੰ ਅਗਰ ਸ਼ਰਮ ਆਉਂਦੀ ਹੈ ਤਾਂ ਫਿਰ ਪੀਂਦੇ ਹੀ ਕਿਉਂ ਨੇ ਚਾਹ? पीने लगे ਤੁਹਾਨੂੰ शर्म आती है तो ਤੁਹਾਨੂੰ भी तो कोई पिलाएगा तो ही तो ਤੁਸੀਂ ਪੀਓਗੇ ना, तो पिलाने वाले भी तो कोई होंगे ही ना, तो ਅਸੀਂ ਹੈਗੇ ਆ ਨਾ ਪਿਲਾਉਣ ਵਾਲੇ, तो ਉਹਦੇ ਵਿੱਚ ਮੈਨੂੰ ਕੋਈ ਸ਼ਰਮ ਫੀਲ ਨਹੀਂ ਹੁੰਦੀ। ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਇਸ ਤਰ੍ਹਾਂ ਦਾ ਹੱਥੀਂ ਕਿਰਤ ਕਰਕੇ? ਤੁਸੀਂ ਬਹੁਤ ਪ੍ਰਾਊਡਲੀ ਫੀਲ ਹੁੰਦਾ ਹੈ, ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ, ਬਲਕਿ ਮੈਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਕੁਝ ਸਾਫ਼ ਸਫਾਈ ਵਾਲੀ ਚੀਜ਼ਾਂ ਲੋਕਾਂ ਨੂੰ ਦੇ ਪਾਉਂਦੇ ਪਏ ਹਾਂ। ਪਤਾ ਨਹੀਂ ਉਹ ਕਿੱਦਾਂ ਦੀ ਮਿਲਦੀ ਹੋਏਗੀ ਜਾਂ ਕੀ ਹੈ। ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਅੱਛੀ ਤੋਂ ਅੱਛੀ ਚੀਜ਼ ਆਪਣੇ ਸਿੱਖ ਭਰਾ ਹੈਗੇ ਨੇ ਸਾਰੇ ਪੰਜਾਬ ਵਿੱਚ, ਆਪਣੇ ਸਿੱਖ ਭਰਾਵਾਂ ਨੂੰ ਅੱਛੇ ਸੇ ਅੱਛੀ ਚੀਜ਼ ਬਣਾ ਕੇ ਕਿਉਂ ਨਾ ਖਵਾਈਏ, ਕਿਉਂ ਅਸੀਂ ਗੰਦੇ ਮੰਦੇ ਕੰਮ ਕਰੀਏ ਜਾਂ ਇੱਦਾਂ ਦਾ। ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਅਸੀਂ ਘਰ ਦੀ ਸ਼ੁੱਧ ਚੀਜ਼ਾਂ ਆਪ ਬਣਾ ਕੇ, ਆਪ ਮਸਾਲੇ ਪੀਸ ਕੇ ਆਪ ਬਣਾਉਂਦੇ ਹਾਂ ਔਰ ਲੋਕਾਂ ਨੂੰ ਖਵਾਉਂਦੇ ਹਾਂ। ਸਭ ਲੋਕ ਖੁਸ਼ ਹੋ ਕੇ ਜਾਂਦੇ ਨੇ ਇੱਥੋਂ ਦੀ ਕਿ ਤੁਹਾਡੀ ਚੀਜ਼ ਸਾਨੂੰ ਬਹੁਤ ਪਸੰਦ ਆਉਂਦੀ ਹੈ, ਔਰ ਗੁਰੂ ਸਾਹਿਬ ਦੀ ਕਿਰਪਾ ਬਿਲਕੁਲ ਨਾਲ ਹੈਗੀ ਹੈ। ਬਹੁਤੇ ਦਰਸ਼ਕ ਆਪਾਂ ਨੂੰ ਵੇਖ ਰਹੇ ਹੋਣਗੇ, ਜਾਂ ਕੋਈ ਵੀ ਬਿਮਾਰੀ ਹੁੰਦੀ ਹੈ ਨਾ, ਢਹਿ ਢੇਰੀ ਹੋ ਜਾਂਦੇ ਹਨ, ਕੌਨਫੀਡੈਂਸ ਬਿਲਕੁਲ ਖਤਮ ਹੋ ਜਾਂਦਾ ਹੈ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? घबराना बिल्कुल नहीं हैगा। जो भी बीमारी आई है, देखो अपने किस्मत भी जो लिखा है कि साढ़े लिखा है कि भाई मैनू ये कैंसर होना है या कोई होर बीमारी आनी हो या कुछ भी हो XYZ, ਉਹਦੇ ਵਿੱਚੋਂ ਅਸੀਂ ਨਿਕਲਣਾ ਹੈ ਤਾਂ ਉਹਦੇ ਵਿੱਚ ਵਿਲ ਪਾਵਰ ਤਾਂ ਅਸੀਂ ਆਪਣੀ ਰੱਖਣੀ ਹੈ, ਪਰ ਵਿਸ਼ਵਾਸ ਤਾਂ ਖੁਦ ਰੱਬ ਉੱਤੇ ਹੀ ਹੋਣਾ ਚਾਹੀਦਾ ਨਾ, ਕਿ ਉਹਨਾਂ ਨੇ ਸਾਨੂੰ ਇਤਨਾ ਵਿਸ਼ਵਾਸ, ਉਹਨਾਂ ਨੇ ਜਿਤਨੀ ਜ਼ਿੰਦਗੀ ਉਹਨਾਂ ਨੇ ਲਿਖੀ ਉਤਨੀ ਹੀ ਰਹਿਣੀ ਹੈ, ना ਵਧਣੀ है ना घटनी है, तो फिर घबराना किस गल का हैगा? बिल्कुल घबराना नहीं और निडर होकर काम करना है। बस शक्ति मन से रखनी है कि उन्होंने जो अगर दुख दिता है तो दुख तो निकलने की शक्ति भी उन्होंने ही देनी है, और कोई नहीं देगा। तो बिल्कुल बस यही विश्वास रखा मैंने भी, और सब नूं रखना चाहिए। बहुत बहुत शुक्रिया भैन जी, सत श्री अकाल जी। बिल्कुल ये सन साडे नाल भैन रंजीत कौर जी, जिन्हां ने कैंसर वर्गी बीमारी, तुसीं कैंसर का जेकर नाम भी सुनते हो तो हर कोई कॉन्फिडेंस ਉਹਦਾ ਬਿਲਕੁਲ ਖਤਮ ਹੋ ਜਾਂਦਾ ਹੈ, ਢਹਿ ਢੇਰੀ ਹੋ ਜਾਂਦਾ ਹੈ ਕੈਂਸਰ ਵਰਗੀ ਬਿਮਾਰੀ ਦਾ ਨਾਮ ਸੁਣ ਕੇ। ਤਾਂ ਰਣਜੀਤ ਕੌਰ ਭੈਣ ਅੱਜ ਹੱਥੀਂ ਕਿਰਤ ਕਰ ਰਹੇ ਨੇ ਔਰ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰ ਰਹੇ ਨੇ। ਤਾਂ ਵਧੀਆ ਤਰੀਕੇ ਦੇ ਨਾਲ, ਜਿਵੇਂ ਉਹਨਾਂ ਦੇ ਤੁਸੀਂ ਜ਼ੁਬਾਨੀ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਜਾ ਕੇ ਉਹਨਾਂ ਨੇ ਨਤਮਸਤਕ ਹੋਏ, ਅਰਦਾਸ ਬੇਨਤੀ ਕੀਤੀ, ਇਸ਼ਨਾਨ ਕੀਤਾ, ਤਾਂ ਕੈਂਸਰ ਵਰਗੀ ਬਿਮਾਰੀ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਰੌਕਸਨ ਦੇ ਨਾਲ ਸਿਮਰਨਜੀਤ ਸਿੰਘ ਢਿੱਲੋਂ, ਪੰਜਾਬੀ ਲੋਕ ਚੈਨਲ, ਜਲੰਧਰ।